ਜ਼ਿੰਦਗੀ ਦੀ ਸੜਕੇ ਉਮਰਾਂ ਦੇ ਪੈਂਡੇ ਤੈਅ ਕਰ ਕਰ ਹਾਰੇ, ਮੀਲ ਪੱਥਰ ਬਣ ਇੱਕ ਇੱਕ ਗੁਜ਼ਰੇ ਜਿੰਨੇ ਲਏ ਸਹਾਰੇ। ਸਫਰੀ ਸਾਂ ਸਫਰੀ ਹੀ ਰਹਿ ਗਏ, ਨਾ ਪਹੁੰਚੇ ਘਰ ਚੁਬਾਰੇ। ਮਨਸੂਰ ਸਫਰ ਹੋਵੇ ਜੇ ਸਾਹਿਬ ਆਸਰੇ, ਉਸ ਸਫਰ ਦੇ ਕਿਆ ਨਜ਼ਾਰੇ, ਉਸ ਸਫਰ ਦੇ ਕਿਆ ਨਜ਼ਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਉਹ ਹੈ ਕਿਹਦਾ ਤਕੀਏ ਸਹਾਰਾ। ਜਦ ਜੀਵ ਪਹਿਲਾ ਸਾਹ ਲੈਂਦਾ ਹੈ, ਇਸ ਸਾਹ ਦੇ ਰਾਹ ਤੇ ਪੈਰ ਰੱਖਦਾ ਹੈ ਤਾਂ ਇਸ ਦਾ ਸਹਾਰਿਆਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਬਚਪਨ ਵਿੱਚ ਮਾਂ-ਬਾਪ ਦੀ ਉਂਗਲ ਦਾ ਸਹਾਰਾ ਲੈ ਚੱਲਣਾ ਸਿੱਖਦੇ ਹਾਂ ਅਤੇ ਉਸ ਤੋਂ ਅੱਗੇ ਜਦੋਂ ਅਸੀਂ ਥੋੜ੍ਹਾ ਹੋਰ ਵੱਡੇ ਹੁੰਦੇ ਹਾਂ ਤੇ ਸੰਸਾਰੀ ਪੜ੍ਹਾਈ ਗਿਆਨ ਨੂੰ ਹਾਸਲ ਕਰਨ ਲਈ ਅਧਿਆਪਕਾਂ ਦਾ ਸਹਾਰਾ ਲੈਂਦੇ ਹਾਂ। ਇਸੇ ਤਰ੍ਹਾਂ ਫਿਰ ਜਦ ਜੀਵਨ ਦਾ ਅਗਲਾ ਪੜਾਅ ਸ਼ੁਰੂ ਹੁੰਦਾ ਹੈ, ਕੋਈ ਕਾਰੋਬਾਰੀ ਕੰਮ ਧੰਦਾ ਕਰਨ ਦੇ ਪੱਧਰ ਤੇ, ਤਾਂ ਫਿਰ ਸਾਨੂੰ ਧਨ ਦੌਲਤ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਦੇ ਨਾਲ ਸਾਨੂੰ ਸਲਾਹ ਮਸ਼ਵਰਾ ਵੀ ਚਾਹੀਦਾ ਹੁੰਦਾ ਹੈ। ਉਸ ਲਈ ਵੀ ਕਿਸੇ ਦਾ ਸਹਾਰਾ ਲੈਣਾ ਪੈਂਦਾ ਹੈ, ਕਿਉਂਕਿ ਇਸ ਸੰਸਾਰ ਵਿੱਚ ਸਭ ਕੁਝ ਕਿਸੇ ਨਾ ਕਿਸੇ ਸਹਾਰੇ ਚੱਲਦਾ ਹੈ। ਬਿਨਾਂ ਸਹਾਰੇ ਸਾਹ ਰਾਹ ਦਾ ਸਫ਼ਰ ਮੁਮਕਿਨ ਨਹੀਂ ਅਤੇ ਇਸੇ ਤਰ੍ਹਾਂ ਸਹਾਰਿਆਂ ਦੀ ਲੜੀ ਸਾਰਾ ਜੀਵਨ ਚੱਲਦੀ ਰਹਿੰਦੀ ਹੈ ਤੇ ਇਹਨਾਂ ਸਹਾਰਿਆਂ ਨੂੰ ਤੱਕਦਾ ਹੋਇਆ ਇਹਨਾਂ ਦੀ ਆੜ ਹੇਠ ਇਨਸਾਨ ਬੁਢਾਪੇ ਵਿੱਚ ਕਦਮ ਰੱਖ ਲੈਂਦਾ ਹੈ ਤੇ ਇਸ ਬੁਢਾਪੇ ਵਿੱਚ ਤਾਂ ਇਸ ਨੂੰ ਫਿਰ ਖੁਦ ਚੱਲਣ ਲਈ ਵੀ ਸਹਾਰਾ ਲੈਣਾ ਪੈਂਦਾ ਹੈ। ਉਦੋਂ ਤਾਂ ਇਸ ਦਾ ਇਹ ਹਾਲ ਹੋ ਜਾਂਦਾ ਹੈ ਕਿ ਕੋਲ ਪਈ ਚੀਜ਼ ਵੀ ਇਸ ਨੂੰ ਦੂਰ ਲੱਗਦੀ ਹੈ, ਜਿਸ ਨੂੰ ਫੜਨ ਲਈ ਵੀ ਇਸ ਨੂੰ ਕਿਸੇ ਦੂਸਰੇ ਦਾ ਆਸਰਾ ਤੱਕਣਾ ਪੈ ਜਾਂਦਾ ਹੈ। ਜਿਵੇਂ ਫਰੀਦ ਜੀ ਫਰਮਾਨ ਕਰਦੇ ਨੇ, ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀਓ। ਤੇ ਇਸੇ ਤਰ੍ਹਾਂ ਇਨਸਾਨ ਕਦੇ ਆਸਰਾ ਲੈਂਦਾ ਤੇ ਕਦੇ ਆਸਰਾ ਦਿੰਦਾ ਹੋਇਆ ਅਖੀਰ ਉਸ ਪੜਾਅ ਤੇ ਪਹੁੰਚ ਜਾਂਦਾ ਹੈ ਜਿੱਥੇ ਇਸ ਨੂੰ ਸਭ ਤੋਂ ਵੱਧ ਲੋੜ ਆਸਰੇ ਦੀ ਹੁੰਦੀ ਹੈ। ਪਰ ਇਸ ਪੜਾਅ ਤੇ ਜ਼ਿਆਦਾਤਰ ਰਿਸ਼ਤੇ ਨਾਤੇ ਆਸਰਾ ਦੇਣ ਦੀ ਬਜਾਏ ਇਸ ਤੋਂ ਮੁੱਖ ਮੋੜ ਲੈਂਦੇ ਹਨ। ਪਰ ਫਿਰ ਵੀ ਇਨਸਾਨ ਸਾਰੀ ਉਮਰ ਸਹਾਰਾ ਰਿਸ਼ਤੇ ਨਾਤਿਆਂ ਚੋਂ ਹੀ ਲੱਭਦਾ ਰਹਿੰਦਾ ਹੈ। ਪਰ ਹਰ ਇਨਸਾਨ ਲਈ ਇਹ ਜ਼ਰੂਰੀ ਨਹੀਂ ਕਿ ਉਸ ਨੂੰ ਰਿਸ਼ਤੇ ਨਾਤੇ ਜਾਂ ਪਰਿਵਾਰ ਦਾ ਸਹਾਰਾ ਨਸੀਬ ਹੋਵੇ। ਜਿਵੇਂ ਅਸੀਂ ਆਮ ਹੀ ਅੱਜ ਕੱਲ੍ਹ ਦੇਖਦੇ ਹਾਂ ਕਿ ਖੁਦ ਦੀ ਔਲਾਦ ਵੀ ਮਾਂ-ਬਾਪ ਦਾ ਸਹਾਰਾ ਨਹੀਂ ਬਣਦੀ ਅਤੇ ਇਹਨਾਂ ਬਾਹਰੀ ਸਹਾਰਿਆਂ ਤੋਂ ਇਲਾਵਾ ਇੱਕ ਹੋਰ ਸਹਾਰਾ ਹੈ ਜੋ ਜੀਵ ਦੇ ਅੰਦਰ ਛੁਪਿਆ ਹੈ, ਜੋ ਇਸ ਦਾ ਆਪਣਾ ਨਿੱਜੀ ਸਹਾਰਾ ਹੈ। ਉਹ ਹੈ ਹੁਨਰ ਦਾ, ਕਲਾ ਦਾ, ਕਿਸੇ ਗੁਣ ਦਾ ਸਹਾਰਾ। ਹਰ ਜੀਵ ਅੰਦਰ ਕੋਈ ਨਾ ਕੋਈ ਹੁਨਰ ਕਲਾ ਪਹਿਲਾਂ ਹੀ ਹੁੰਦੀ ਹੈ, ਲੇਕਿਨ ਜ਼ਰੂਰਤ ਹੁੰਦੀ ਹੈ ਜਨੂਨ ਦੀ, ਮਿਹਨਤ ਦੀ, ਰਿਆਜ਼ ਦੀ, ਉਸ ਕਲਾ ਨੂੰ, ਗੁਣ ਨੂੰ ਵਿਕਸਿਤ ਕਰਨ ਲਈ। ਤੇ ਨਿੱਜ ਚੋਂ ਉੱਠਿਆ ਇਹ ਸਹਾਰਾ ਤਾ ਉਮਰ ਬੰਦੇ ਦੇ ਨਾਲ ਨਿਭਦਾ ਹੈ। ਇਨਸਾਨ ਕਦੇ ਬੇਸਹਾਰਾ ਮਹਿਸੂਸ ਨਹੀਂ ਕਰਦਾ। ਜੇ ਕਿਤੇ ਇਸ ਦੇ ਆਪਣੇ ਵੀ ਸਾਥ ਛੱਡ ਦੇਣ ਤੇ ਇਸ ਗੁਣ ਦੀ, ਹੁਨਰ ਦੀ, ਉਦੋਂ ਸਹਾਰੇ ਵਜੋਂ ਇਸ ਨੂੰ ਕਦਰ ਮਹਿਸੂਸ ਹੁੰਦੀ ਹੈ। ਜਿਵੇਂ ਉਦਾਹਰਣ ਦੇ ਤੌਰ ਤੇ ਕਿਸੇ ਕੋਲ ਕੋਈ ਵਿੱਦਿਆ ਹੈ, ਕਿਸੇ ਵੀ ਫੀਲਡ ਦੀ, ਕੋਈ ਅਧਿਆਪਕ ਹੋਵੇ ਚਾਹੇ ਕੋਈ ਸੰਗੀਤਕਾਰ ਹੋਵੇ, ਤੇ ਜੋ ਉਸ ਕੋਲੋਂ ਸਿੱਖਣ ਵਾਸਤੇ ਕੁਝ ਸਰੀਰ ਆਉਣ, ਉਹ ਉਸ ਨੂੰ ਆਪਣਾ ਉਸਤਾਦ ਬਣਾ ਲੈਂਦੇ ਨੇ, ਉਸ ਦੀ ਇੱਜ਼ਤ ਵੀ ਕਰਦੇ ਨੇ ਅਤੇ ਬੁਢਾਪੇ ਤਾਈਂ ਉਸ ਦਾ ਸਹਾਰਾ ਵੀ ਬਣੇ ਰਹਿੰਦੇ ਨੇ। ਇਹ ਤੇ ਸੀ ਨਿੱਜ ਦੇ ਸਹਾਰੇ ਦੀ ਗੱਲ ਅਤੇ ਇਸ ਤੋਂ ਪਹਿਲਾਂ ਅਸੀਂ ਬਾਹਰੀ ਸਹਾਰੇ ਬਾਰੇ ਵੀ ਸੁਣਿਆ। ਹੁਣ ਇਸ ਤੋਂ ਅੱਗੇ ਸਦੀਵੀ ਸਹਾਰੇ ਵੱਲ ਸੂਝ ਸਮਝ ਨਾਲ ਵਧੀਏ, ਜੋ ਇਸ ਸਰੀਰ ਤੋਂ ਪਰੇ, ਇਸ ਲੋਕ ਤੋਂ ਅੱਗੇ ਰੂਹ ਦਾ ਸਹਾਰਾ ਹੈ ਅਤੇ ਉਹ ਸਹਾਰਾ ਹੈ ਇਸ ਦਾ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਆਪ। ਕਿਉਂਕਿ ਜੋ ਬਾਹਰੀ ਸਹਾਰੇ ਨੇ ਇਹ ਤੇ ਸਿਰਫ ਇਸ ਸਰੀਰ ਦੀ ਸੰਭਾਲ ਤੱਕ ਹੀ ਸੀਮਤ ਰਹਿ ਜਾਂਦੇ ਨੇ, ਲੇਕਿਨ ਮੂਲ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਉਹ ਸਹਾਰਾ ਨੇ ਜੋ ਸਰੀਰ ਦੇ ਨਾਲ ਨਾਲ ਸਾਡੀ ਰੂਹ ਦਾ ਸਹਾਰਾ ਵੀ ਨੇ ਅਤੇ ਇਸ ਸਹਾਰੇ ਨੂੰ ਸਿਰਫ ਸੰਤਾਂ ਫਕੀਰਾਂ ਹੀ ਮਾਣਿਆ। ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੈ। ਅਧਿਆਤਮਕ ਮਾਰਗ ਨੂੰ ਪਹੁੰਚੇ ਹੋਏ ਮਹਾਂਪੁਰਖ ਸਵਾਏ ਪਰਮਾਤਮਾ ਤੋਂ ਹੋਰ ਕਿਸੇ ਦਾ ਸਹਾਰਾ ਨਹੀਂ ਲੈਂਦੇ ਅਤੇ ਜਦ ਪਰਮਾਤਮਾ ਦਾ ਆਸਰਾ ਚਿੱਤ ਵਸ ਜਾਂਦਾ ਹੈ ਤਾਂ ਪਰਮਾਤਮਾ ਆਪ ਅੱਗੇ ਹੋ ਕੇ ਸਹਾਰਾ ਬਣਦਾ ਹੈ। ਅਤੇ ਇਹਨਾਂ ਪਹੁੰਚੇ ਹੋਏ ਮਹਾਂਪੁਰਖਾਂ ਕੋਲ ਜੋ ਵੀ ਜਗਿਆਸੂ ਜਗਿਆਸਾ ਦੇ ਤਲ ਤੇ ਰੂਹਾਨੀ ਸੇਧ ਲੈਣ ਆਉਂਦੇ ਨੇ, ਉਹਨਾਂ ਵਿੱਚ ਕੁਝ ਮਹਾਂਪੁਰਖਾਂ ਦੀ ਸਰੀਰਕ ਤਲ ਤੇ ਸੇਵਾ ਕਰਦੇ ਹੋਏ ਰੂਹਾਨੀ ਉਪਦੇਸ਼ ਲੈ ਅਮਲਾਂ ਦੀ ਲੀਹੇ ਤੁਰ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਖੋਜਦੇ ਨੇ।
ਸੋ ਸੰਸਾਰੀ ਜ਼ਿੰਦਗੀ ਵਿੱਚ ਨਿੱਜੀ ਸਹਾਰਾ ਸਾਡਾ ਅੰਦਰ ਪਿਆ ਸਾਡਾ ਹੁਨਰ ਹੈ, ਜਿਸ ਨੂੰ ਤਰਾਸ਼ਣ ਦੀ ਲੋੜ ਹੈ, ਅਤੇ ਰੂਹਾਨੀ ਤੇ ਜਹਾਨੀ ਤਲ ਤੇ ਸਾਡਾ ਸਹਾਰਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਆਪ ਹੈ। ਅਤੇ ਇਹ ਵਿਚਾਰ ਸਾਨੂੰ ਇਹ ਸੇਧ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਨੂੰ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ, ਜੋ ਸਾਡਾ ਅਸਲ ਸਹਾਰਾ ਹੈ, ਕਿਉਂਕਿ ਜੋ ਪ੍ਰਮਾਤਮਾ ਨੂੰ ਪਾ ਲੈਂਦੇ ਹਨ ਉਹਨਾਂ ਦਾ ਸਹਾਰਾ ਉਹ ਆਪ ਬਣਦਾ ਹੈ। ਤੇ ਅਸੀਂ ਵੀ ਉਸ ਸਹਾਰੇ ਨੂੰ ਤੱਕੀਏ, ਉਸ ਸਹਾਰੇ ਵੱਲ ਵਧੀਏ ਜੋ ਰੂਹਾਨੀ ਤੇ ਸੰਸਾਰੀ ਦੋਹਾਂ ਤਲਾਂ ਤੇ ਪੂਰਾ ਉਤਰਦਾ ਹੈ, ਜੋ ਸਿਰਫ ਤੇ ਸਿਰਫ ਉਸ ਇੱਕ ਨਾਲ ਹੀ ਮੁਮਕਿਨ ਹੈ। ਇਕਸ ਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ, ਤਿਸ ਸਰਨਾਈ ਸਦਾ ਸੁਖ, ਪਾਰ ਬ੍ਰਹਮ ਕਰਤਾਰ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।